ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਇੱਕ ਸੰਗਤ ਰੂਪ ਦੇ ਵਿੱਚ ਜੁੜ ਕੇ ਸਮੇਂ ਦਾ ਲਾਹਾ ਲਈਏ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ, ਅਸ਼ਟਪਦੀਆਂ। ਪਰਸੋਂ ਰੋਜ਼ ਆਪਾਂ ਵਿਚਾਰ ਰਹੇ ਸੀ ਕਿ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੋ ਵੀ ਅਸੀਂ ਕਰਦੇ ਹਾਂ ਉਹ ਸਾਰਾ ਕੁਛ ਝੂਠ ਦਾ ਪਸਾਰਾ ਹੈ। ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਸਾਰਾ। ਕਿਉਂਕਿ ਜਦ ਤੱਕ ਨਾਮ ਨਹੀਂ ਪ੍ਰਾਪਤ ਹੁੰਦਾ, ਆਪਾਂ ਨਾਮ ਨੂੰ ਨਹੀਂ ਧਿਆਉਂਦੇ, ਨਾਮ ਪ੍ਰਗਟ ਨਹੀਂ ਹੁੰਦਾ, ਮਨ ਵਾਸਤੇ ਸਾਰਾ ਕੁਛ ਝੂਠ ਹੈ। ਇੱਕ ਝੂਠ ਦਾ ਪਸਾਰਾ ਹੈ ਜਿਸ ਨੂੰ ਆਪਾਂ ਇੱਕ ਛਿਣ ਵਿੱਚ ਛੱਡ ਕੇ ਚਲੇ ਜਾਂਦੇ ਹਾਂ, ਤੇ ਨਾਲ ਜਾਣ ਵਾਲਾ ਇੱਕ ਨਾਮ ਹੀ ਹੈ ਜਿਸ ਨੇ ਸਾਡੇ ਨਾਲ ਨਿਭਣਾ ਹੈ। ਪ੍ਰਭੂ ਦੀ ਪ੍ਰੀਤ ਹੀ ਹੈ ਜਿਹੜੀ ਸਾਨੂੰ ਸੁੱਖ ਦਿੰਦੀ ਹੈ। ਪ੍ਰੋ ਪ੍ਰੀਤ ਸਾਡੀ ਪੈ ਜਾਵੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਉਹ ਪ੍ਰੀਤ ਆਪ ਦਇਆ ਕਰਦਾ ਹੈ, ਸਾਡੀ ਪ੍ਰੀਤ ਪੈ ਜਾਂਦੀ ਹੈ। ਕਿਉਂਕਿ ਪ੍ਰਗਟ ਹੋਏਗਾ ਫਿਰ ਹੀ ਪ੍ਰੀਤ ਪੈਂਦੀ ਹੈ। ਹਰ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਹਰੀ ਦੇ ਨਾਮ ਨੂੰ ਹੀ ਪ੍ਰਾਪਤ ਕਰਦਾ ਹੈ ਜਿਸ ਨੂੰ ਆਪ ਕਿਰਪਾ ਕਰਕੇ ਦਿੰਦਾ ਹੈ। ਕਿਉਂਕਿ ਆਪਣੇ ਆਪ ਨਹੀਂ ਲਿਆ ਜਾ ਸਕਦਾ। ਉਸ ਪ੍ਰਭੂ ਦੀ ਮੌਜ ਹੈ, ਉਸ ਦੇ ਹੱਥ 'ਚ ਵਡਿਆਈ ਹੈ, ਜਿਸ ਨੂੰ ਪਾਉਂਦਾ ਉਸ ਨੂੰ ਦੇ ਦਿੰਦਾ ਹੈ। ਪ੍ਰੀਤਮ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ, ਆਪ ਕਰੇ ਕਿਸ ਆਖੀਐ ਅਵਰ ਨਾ ਕੋਈ ਕਰੇ। ਕੋਈ ਹੋਰ ਨਹੀਂ ਦੇ ਸਕਦਾ, ਆਪ ਜਿਸ ਨੂੰ ਕਿਰਪਾ ਕਰਦਾ ਹੈ ਇਹ ਵਡਿਆਈ ਬਖਸ਼ਿਸ਼ ਕਰਦਾ ਹੈ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਆਪਾਂ ਵਿਚਾਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤਪਾਲੈ। ਪਰਮੇਸ਼ਰ ਜੋ ਦਿਆਲ ਪੁਰਖ ਹੈ, ਜੋ ਸਾਨੂੰ ਸਾਰਿਆਂ ਨੂੰ ਪਾਲਣਹਾਰ ਹੈ, ਜੋ ਪੂਰਨ ਹੈ, ਉਸ ਦੀ ਜਿਹੜੀ ਪ੍ਰੀਤ ਹੈ ਫਿਰ ਸਾਡੇ ਨਾਲ ਚੱਲਦੀ, ਸਦਾ ਸੰਗ ਚੱਲਦੀ ਹੈ। ਤੇ ਰਹੋ ਪੰਕਤੀਆਂ ਨੇ ਸ਼ਬਦੀਆਂ। ਤੇ ਹੁਣ ਇੱਥੇ ਸ਼ਬਦ ਸ਼ੁਰੂ ਹੁੰਦਾ ਹੈ ਕਿ ਅਸੀਂ ਵੀ ਉਹ ਚਾਹੁੰਦੇ ਹਾਂ ਜਿਹੜਾ ਇੱਥੇ ਵੀ ਸਾਡੇ ਨਾਲ ਰਹੇ, ਆਦਿ ਵਿੱਚ ਵੀ ਸਾਡੇ ਨਾਲ, ਸਾਨੂੰ ਮਾਤਾ ਦੇ ਗਰਭ ਦੇ ਵਿੱਚ ਵੀ ਪਾਲਿਆ, ਤੇ ਸੰਸਾਰਿਕ ਜੀਵਨ ਹੈ ਇਸ ਦੇ ਵਿੱਚ ਵੀ ਸਾਡੇ ਨਾਲ ਨਿਭ ਹੈ, ਤੇ ਅੰਤ ਸਮੇਂ ਵੀ ਨਾਲ ਨਿਭ ਹੈ। ਆਦ ਮਦ ਅੰਤ ਜੋ ਅੰਤ ਨਿਭਾ ਹੈ, ਸੋ ਸਾਜਨ ਮੇਰਾ ਮਨ ਚਾਹੇ। ਵੀ ਐਸਾ ਸਾਜਨ ਮੇਰਾ ਮਨ ਚਾਹੁੰਦਾ ਹੈ ਜਿਹੜਾ ਆਦਿ 'ਚ ਵੀ ਨਿਭਾਈ, ਸਾਡੇ ਨਾਲ ਮਾਤਾ ਦੇ ਗਰਭ ਦੇ ਵਿੱਚ ਵੀ ਪਾਲਿਆ, ਇਸ ਸੰਸਾਰ ਦੇ ਵਿੱਚ ਵੀ ਸਾਡੇ ਨਾਲ ਨਿਭਾਏ, ਤੇ ਅੰਤ ਸਮੇਂ ਵੀ ਸਾਡੇ ਨਾਲ ਹੀ ਨਿਭ ਹੈ। ਐਸਾ ਸਾਜਨ ਚਾਹੁੰਦਾ ਹੈ ਮੇਰਾ ਮਨ। ਇਹ ਸਵਾਲ ਕਰ ਦਿੱਤਾ ਹੈ ਕਿ ਇਸ ਐਸਾ ਇੱਕ ਡਿਮਾਂਡ ਹੈ ਮਨ ਦੀ। ਫਿਰ ਇਸ ਦੇ ਵਿੱਚ ਸਮਝਾਉਂਦੇ ਨੇ ਕਿ ਉਹ ਕਿਹੜਾ ਹੈ। ਇੱਕ ਪ੍ਰੀਤ ਹੀ ਹੈ ਹਰੀ ਦੀ। ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤਪਾਲੈ। ਵੀ ਇੱਕ ਹਰੀ ਦੀ ਪ੍ਰੀਤ ਹੀ ਹੈ ਜਿਹੜੀ ਸਾਡੇ ਸਦਾ ਸੰਗ ਚੱਲਦੀ ਹੈ। ਉਹ ਦਿਆਲੂ ਹੈ, ਉਹ ਪੁਰਖ ਪੂਰਨ ਪੁਰਖ ਪ੍ਰਤਪਾਲਣਹਾਰ ਹੈ, ਸਾਨੂੰ ਆਪ ਪ੍ਰਤਪਾਲ ਕਰਦਾ ਹੈ। ਬਿਨਸਤ ਨਾਹੀ ਛੋੜ ਨਾ ਜਾਏ। ਨਾ ਤਾਂ ਉਹ ਵਿਨਸਨਹਾਰ ਹੈ ਕਿਉਂਕਿ ਅਬਿਨਾਸੀ ਹੈ,
ਤੇ ਨਾ ਹੀ ਫਿਰ ਸਾਨੂੰ ਛੱਡ ਕੇ ਜਾਂਦਾ ਹੈ। ਜਿਹਦੀ ਇੱਕ ਵਾਰੀ ਪ੍ਰੀਤ ਪੈ ਜਾਂਦੀ ਹੈ, ਫਿਰ ਐਸੀ ਪ੍ਰੀਤ ਹੈ ਜੇ ਅਸੀਂ ਤੋੜਨੀ ਵੀ ਚਾਹੇ ਟੁੱਟਦੀ ਨਹੀਂ ਹੈ, ਛੱਡਣੀ ਚਾਹੀਏ ਛੁੱਟਦੀ ਨਹੀਂ ਹੈ। ਜਦੋਂ ਜੁੜ ਜਾਂਦੀ ਹੈ, ਜਿਵੇਂ ਸਮਝਾਉਂਦੇ ਨੇ ਸਤਿਗੁਰੂ ਜੀ, ਐਸੀ ਪ੍ਰੀਤ ਹਮ ਹਰ ਸਿਓ ਜੋੜੀ, ਵੀ ਐਸੀ ਪ੍ਰੀਤ ਪੈ ਜਾਂਦੀ ਹੈ ਵੀ ਉਹ ਫਿਰ ਟੁੱਟਦੀ ਨਹੀਂ ਹੈ। ਤੋੜੀ ਨਾ ਜਾਏ ਛੋੜੀ ਨਾ ਛੁੱਟੈ, ਜਿਹਨੂੰ ਸਮਝਾਉਂਦੇ ਨੇ ਐਸੀ ਮਾਧੋ ਖਿੱਚਤਨੀ, ਤੋੜੀ ਨਾ ਜਾਏ ਛੋੜੀ ਨਾ ਛੁੱਟੈ, ਐਸੀ ਮਾਧੋ ਖਿੱਚਤਨੀ, ਮੋਹੇ ਲਾਲਣ ਸਿਓ ਪ੍ਰੀਤ ਬਣੀ। ਸ਼ਬਦ ਹੈ ਕਿ ਮੇਰੀ ਪ੍ਰੀਤ ਪੈ ਗਈ ਕਿਸ ਦੇ ਨਾਲ? ਲਾਲਣ, ਪਰਮੇਸ਼ਰ ਦੇ ਨਾਲ। ਤੋੜੀ ਨਾ ਟੁੱਟੈ ਛੋੜੀ ਨਾ ਛੁੱਟੈ, ਨਾ ਤੋੜੀ ਟੁੱਟਦੀ ਹੈ ਨਾ ਛੱਡਿਆ ਛੁੱਟਦੀ ਹੈ। ਐਸੀ ਮਾਧੋ ਖਿੱਚਤਨੀ, ਇੰਨਾ ਸਾਨੂੰ ਪਕੜ ਕੇ ਆਪਣੇ ਬਣਾ ਲੈਂਦਾ ਹੈ ਕਿ ਛੁੱਟਦੀ ਨਹੀਂ ਹੈ ਉਸ ਪ੍ਰਭੂ ਦੀ ਜੋ ਅਬਿਨਾਸੀ ਹੈ। ਤੇ ਉਹੀ ਇੱਥੇ ਸਮਝਾਉਂਦੇ ਨੇ, ਬੇਨਸਤ ਨਾਹੀ ਛੋੜ ਨਾ ਜਾਏ, ਜਹ ਪੇਖਾ ਤਹ ਰਹਿ ਸਮਾਏ। ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਸਮਾਇਆ ਹੋਇਆ ਹੈ। ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਉਹ ਨਹੀਂ ਹੈ। ਜਿੱਥੇ ਦੇਖੀਏ ਉੱਥੇ ਹੀ। ਪਰ ਜਦੋਂ ਪ੍ਰੀਤ ਪੈ ਜਾਂਦੀ ਹੈ, ਪ੍ਰਗਟ ਹੋ ਜਾਂਦਾ ਹੈ, ਫਿਰ ਉਹ ਅਬਿਨਾਸੀ ਮਾਲਕ ਹੈ ਜਿਹੜਾ ਸਦਾ ਸੰਗ ਚੱਲਦਾ ਹੈ। ਸੁੰਦਰ ਸੁਗੜ ਚਤੁਰ ਜੀ ਕਾ ਜੀ ਦਾਤਾ। ਸੁੰਦਰ ਹੈ, ਸਿਆਣਾ ਹੈ, ਸੁਗੜ ਹੈ, ਚਤੁਰ ਹੈ ਤੇ ਦਾਤਾ ਹੈ ਮਾਲਕ। ਸਾਡੇ ਮਨ ਨੂੰ ਦਾਤ ਦੇਣ ਵਾਲਾ ਹੈ, ਨਾਮ ਦੀ ਦਾਤ ਬਖਸ਼ਣ ਵਾਲਾ ਉਹ ਪ੍ਰਭੂ ਹੈ। ਭਾਈ ਪੂਤ ਪਿਤਾ ਪ੍ਰਭ ਮਾਤਾ, ਫਿਰ ਸਾਡਾ ਆਪ ਹੀ ਸਾਰਾ ਕੁਛ ਹੈ। ਭਰਾ ਵੀ, ਪਿਤਾ ਵੀ ਹੈ, ਪੁੱਤਰ ਵੀ, ਮਾਤਾ ਵੀ ਹੈ, ਕਿਉਂਕਿ ਸਾਰੇ ਉਸੇ ਦੇ ਦਿੱਤੇ ਨੇ। ਸਾਰਿਆਂ 'ਚ ਆ ਵਸਦਾ ਹੈ, ਹਰ ਇੱਕ ਦੇ ਵਿੱਚ ਆ ਵਸਦਾ ਹੈ। ਪਿਤਾ 'ਚ ਵੀ ਆਪ, ਭਰਾ ਵਿੱਚ ਵੀ ਆਪ, ਮਾਤਾ ਵਿੱਚ ਵੀ ਆਪ, ਪੁੱਤਰ ਵਿੱਚ ਵੀ ਆਪ। ਤੇ ਏਦਾਂ ਫਿਰ ਸਾਡੀ ਪ੍ਰੀਤ ਪਾ ਲੈਂਦਾ ਹੈ। ਪ੍ਰਗਟ ਰੂਪ, ਨਿਰਗੁਣ ਰੂਪ ਦੇ ਵਿੱਚ ਵੀ ਆਪ ਤੇ ਸਰਗੁਣ ਰੂਪ ਦੇ ਵਿੱਚ ਵੀ ਹੁੰਦਾ ਹੈ, ਕਿਉਂਕਿ ਹਰ ਇੱਕ 'ਚ ਉਸ ਦੀ ਜੋਤ ਹੈ, ਕੋਈ ਦੂਜਾ ਹੈ ਹੀ ਨਹੀਂ ਇੱਥੇ। ਪਰ ਜਦੋਂ ਪ੍ਰੀਤ ਪੈ ਜਾਂਦੀ ਹੈ, ਜਦੋਂ ਉਹ ਦਾਤਾ ਹੈ, ਉਸੇ ਦਾ ਦਿੱਤਾ ਹੋਇਆ ਸਾਰਾ ਕੁਛ ਹੈ। ਮਾਤਾ ਵੀ ਉਸਨੇ ਦਿੱਤੀ, ਮਾਤਾ ਨੂੰ ਪੈਦਾ ਕੀਤਾ, ਪਿਤਾ ਨੂੰ ਪੈਦਾ ਕੀਤਾ, ਪੁੱਤਰ ਨੂੰ, ਜੋ ਵੀ ਹੈ ਉਸੇ ਸਾਰਿਆਂ 'ਚ ਆਪ ਹੀ ਬਸਦਾ ਹੈ। ਪਰ ਜਦੋਂ ਸਾਨੂੰ ਇਹ ਸੋਝੀ ਹੋ ਜਾਂਦੀ, ਜਦੋਂ ਸਾਨੂੰ ਪ੍ਰੀਤ ਪੈ ਜਾਂਦੀ ਹੈ, ਜਦੋਂ ਆਪਣੇ ਆਪ ਦੀ ਸੋਝੀ ਹੋ ਜਾਂਦੀ, ਪ੍ਰਭੂ ਦੀ ਸੋਝੀ ਹੋ ਜਾਂਦੀ, ਫਿਰ ਸਾਨੂੰ ਸਾਰਿਆਂ ਦੇ ਅੰਦਰ ਹੀ ਉਸ ਪ੍ਰਭੂ ਦਾ ਗਿਆਨ ਹੋ ਜਾਂਦਾ, ਕਿਉਂਕਿ ਸਾਰਿਆਂ 'ਚ ਆਪ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੋ ਮਿਲਿਆ ਹਰ ਦੀਵਾਨ ਸਿਓ, ਸੋ ਸਭਨੀ ਦੀਵਾਨੀ ਮਿਲਿਆ। ਜੋ ਆਪਣੇ ਅੰਦਰ ਪਰਮੇਸ਼ਰ ਨਾਲ ਮਿਲ ਲੈਂਦਾ ਹੈ, ਉਹ ਸਾਰਿਆਂ ਦੇ ਅੰਦਰ ਹੀ ਉਸ ਨੂੰ ਮਿਲ ਲੈਂਦਾ, ਜਾਣ ਲੈਂਦਾ ਹੈ। ਜਿੱਥੇ ਜਾਏ ਤਿੱਥੇ ਉਹ ਸੁਰਖਰੂ, ਜਿੱਥੇ ਵੀ ਜਾਂਦਾ ਉੱਥੇ ਹੀ ਉਹ ਸੁਖਾਲਾ ਹੈ, ਉੱਥੇ ਉਹ ਬੰਧਨਾਂ ਤੋਂ ਰਹਿਤ ਹੈ। ਤਿਸ ਦੇ ਮੂੰਹ ਡਿੱਠੇ ਸਭ ਪਾਪੀ ਤਰਿਆ। ਐਸੇ ਜੀਵਨ ਤੋਂ ਗਿਆਨ ਲੈ ਕੇ ਫਿਰ ਹੋਰ ਦੂਜੇ ਪਾਪੀ ਵੀ ਤਰ ਜਾਂਦੇ ਨੇ। ਉਹਨਾਂ ਅੰਦਰ ਨਾਮ ਨਿਦਾਨ ਹੈ, ਕਿਉਂਕਿ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ। ਨਾਮੋ ਪਰਵਰਿਆ, ਨਾਮ ਦੁਆਰਾ ਹੀ ਉਹਨਾਂ ਨੂੰ ਮਾਲਕ ਨੇ ਆਪਾ ਬਖਸ਼ਿਸ਼ ਕੀਤਾ ਹੈ, ਆਪਾ ਬਾਰਿਆ ਹੈ, ਆਪਣੀ ਜੋ ਖਜ਼ਾਨਾ ਹੈ ਬਖਸ਼ਿਸ਼ ਕੀਤਾ ਹੈ। ਤੇ ਜਿੱਥੇ ਵੀ ਜਾਂਦੇ ਉੱਥੇ ਹੀ ਨਾਮ ਦੀ ਵਿਚਾਰ ਕਰਦੇ ਨੇ, ਸਾਰਿਆਂ 'ਚ ਉਸ ਨੂੰ ਦੇਖ ਲੈਂਦੇ ਨੇ, ਸਾਰਿਆਂ 'ਚ ਆ ਵਸਦਾ ਹੈ। ਜੀਵਨ ਪ੍ਰਾਣ ਆਧਾਰ ਮੇਰੀ ਰਾਸ। ਫਿਰ ਜੀਵਨ ਪ੍ਰਾਣਾਂ ਨੂੰ ਆਧਾਰ ਬਣਾ ਕੇ, ਸਾਡਾ ਤਨ ਕਿਹੜਾ ਹੈ?
ਉਸ ਪ੍ਰਭੂ ਦਾ ਨਾਮ ਧਨ, ਪਰ ਅਸੀਂ ਹਰ ਪ੍ਰਾਣ ਦੇ ਨਾਲ ਉਸ ਨੂੰ ਧਿਆਉਂਦੇ ਹਾਂ। ਇਹ ਸਾਡੀ ਰਾਸ਼ੀ ਬਣ ਜਾਂਦੀ, ਇਹ ਸਾਡਾ ਸੱਚਾ ਧਨ ਬਣ ਜਾਂਦਾ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪ੍ਰੀਤ ਲਾਈ ਕਰ ਹਿਰਦੈ ਨਿਵਾਸ, ਹਿਰਦੇ ਦੇ ਵਿੱਚ ਵਸ ਗਿਆ ਹੈ, ਪ੍ਰੀਤ ਪੈ ਜਾਂਦੀ ਉਸ ਪ੍ਰਭੂ ਦੇ ਨਾਲ, ਫਿਰ ਸਾਰਿਆਂ 'ਚ ਆ ਵਸਦਾ ਹੈ, ਸਾਡਾ ਆਧਾਰ ਆਪ ਬਣ ਜਾਂਦਾ ਹੈ, ਕਿਉਂਕਿ ਫਿਰ ਸਾਡੀ ਜਿਹੜੀ ਟੇਕ ਹੈ ਉਹ ਪ੍ਰਭੂ ਬਣ ਜਾਂਦਾ ਹੈ। ਮਾਇਆ ਸਿਲਕ ਘਾਟੀ ਗੋਪਾਲ, ਇਹ ਜਿਹੜਾ ਮਾਇਆ ਦਾ ਕੱਪੜਾ ਪਹਿਨਿਆ ਸੀ ਪਹਿਲਾਂ, ਇਸ ਕੱਪੜੇ ਨੂੰ ਉਹ ਉਤਾਰ ਦਿੰਦਾ ਹੈ ਤੇ ਨਾਮ ਰੂਪੀ ਕੱਪੜਾ ਸਾਨੂੰ ਪਹਿਨਾ ਦਿੰਦਾ ਹੈ। ਕਿਉਂਕਿ ਮਾਇਆ ਦਾ ਜਿਹੜਾ ਕੱਪੜਾ ਹੈ ਇਹ ਕੁਝ ਸਮੇਂ ਵਾਸਤੇ ਮਿਲਿਆ ਹੈ, ਇਹ ਕੱਪੜਾ ਆਪਾਂ ਇੱਥੇ ਛੱਡ ਕੇ ਜਾਣਾ ਹੈ। ਜਿਹੜਾ ਲੱਗਦਾ ਸਾਨੂੰ ਬੜਾ ਸੋਹਣਾ ਹੈ, ਪਰ ਇੱਥੇ ਛੱਡ ਕੇ ਜਾਣਾ ਹੈ, ਅੱਗੇ ਜਾ ਕੇ ਸਾਡੇ ਕੀਤੇ ਕਰਮਾਂ ਦਾ ਫਲ ਮਿਲਣਾ ਹੈ ਸਾਨੂੰ। ਮਹਾਰਾਜ ਸਮਝਾਉਂਦੇ ਨੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵ ਦੇ, ਰਾ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ, ਡਰਾਵਣਾ ਕਰ ਔਗਣ ਪਛਤਾਵਣਾ। ਹੁਣ ਜੇ ਮੰਦਾ ਕਰਾਂਗੇ ਉਸ ਦਾ ਸਾਨੂੰ ਦੋਜਕ ਦੇ ਵਿੱਚ ਸਜ਼ਾ ਵੀ ਮਿਲਣੀ ਹੈ, ਜੇ ਚੰਗਾ ਕਰਾਂਗੇ ਨਾਮ ਰੂਪੀ ਕੱਪੜਾ ਪਾ ਲਾਂਗੇ ਫਿਰ ਸਾਨੂੰ ਦਰਗਾਹ ਦੇ ਵਿੱਚ ਵਾਸਾ ਮਿਲਦਾ ਹੈ। ਤੇ ਏਦਾਂ ਪ੍ਰੀਤ ਲਾ ਕੇ ਜਦੋਂ ਹਿਰਦੇ 'ਚ ਵੱਜ ਜਾਂਦਾ ਫਿਰ ਆਪ ਸਾਨੂੰ ਉਹ ਨਾਮ ਰੂਪੀ ਕੱਪੜਾ ਬਖਸ਼ ਦਿੰਦਾ ਹੈ, ਜਿਹਨੂੰ ਪ੍ਰੇਮ ਪਟੋਲਾ ਵੀ ਕਿਹਾ ਹੈ ਸਤਿਗੁਰਾਂ ਨੇ ਬਾਣੀ ਦੇ ਵਿੱਚ, ਜਿਹੜਾ ਸਾਡੀ ਪੱਤ ਢੱਕ ਦਿੰਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਜਿਸ ਦੀ ਅਸੀਂ ਪਹਿਲਾਂ ਸਾਰ ਨਹੀਂ ਸੀ ਜਾਣਦੇ, ਜਦੋਂ ਫਿਰ ਉਸ ਨਾਲ ਮਿਲਾਪ ਹੋ ਜਾਂਦਾ ਹੈ ਫਿਰ ਸਾਨੂੰ ਉਹ ਕੱਪੜਾ ਪਾ ਦਿੰਦਾ ਹੈ, ਜਿਹੜਾ ਕੱਪੜਾ ਫਿਰ ਜਿਹਦੇ ਨਾਲ ਅਸੀਂ ਕਦੇ ਨੰਗੇ ਨਹੀਂ ਹੁੰਦੇ। ਜਿਹਨੂੰ ਮਹਾਰਾਜ ਸਮਝਾਉਂਦੇ ਨੇ ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਔਰ ਪਹਿਨਣ ਦੀ ਹਮਾਰੀ ਸ਼ਰਤ ਗਈ। ਕਿਉਂਕਿ ਨਾਮ ਦਾ ਕੱਪੜਾ ਸੰਸਾਰ ਦੇ ਵਿੱਚ ਨਹੀਂ ਮਿਲਦਾ, ਉਸ ਪ੍ਰਭੂ ਦੇ ਕੋਲ ਹੈ, ਸਤਿਗੁਰੂ ਦੇ ਕੋਲ ਹੈ। ਕਰ ਆਪਣਾ ਲੀਨੋ ਨਦਰ ਨਿਹਾਲ, ਮਾਇਆ ਦਾ ਕੱਪੜਾ ਉਤਾਰ ਦਿੰਦਾ, ਨਾਮ ਦਾ ਕੱਪੜਾ ਪਹਿਨਾ ਦਿੰਦਾ ਹੈ, ਆਪਣਾ ਕਰ ਲੈਂਦਾ ਹੈ, ਆਪਣਾ ਬਣਾ ਲੈਂਦਾ ਹੈ, ਤੇ ਫਿਰ ਨਿਹਾਲ ਪ੍ਰਗਟ ਹੋ ਜਾਂਦਾ ਨਦਰਾਂ ਨਾਲ, ਨਿਹਾਲ ਕਰ ਦਿੰਦਾ, ਕਿਉਂਕਿ ਉਸ ਦੇ ਨਾਲ ਪ੍ਰੀਤ ਜਿਹੜੀ ਹੈ ਉਹ ਨਦਰਾਂ ਦੁਆਰਾ ਹੀ ਪੈਂਦੀ ਹੈ। ਵੈਸੇ ਤਾਂ ਆਪਾਂ ਦੇਖਦੇ ਹਾਂ ਪ੍ਰੀਤ ਸੰਸਾਰ ਦੇ ਵਿੱਚ ਵੀ ਜੋ ਪੈਂਦੀ ਨਦਰਾਂ ਦੇ ਨਾਲ ਹੀ ਪੈਂਦੀ ਹੈ, ਦੇਖਣ ਤੋਂ ਬਾਅਦ ਹੀ ਪੈਂਦੀ ਹੈ। ਇੱਕ ਬੱਚੇ ਦੀ ਆਪਣੀ ਮਾਤਾ ਨਾਲ ਪ੍ਰੀਤ ਵੀ ਦੇਖਣ ਤੋਂ ਬਾਅਦ, ਮਾਤਾ ਦੀ ਬੱਚੇ ਨਾਲ ਵੀ, ਜੋ ਵੀ ਹੈ, ਜਦ ਤੱਕ ਆਪਾਂ ਕਿਸੇ ਨੂੰ ਦੇਖੇ ਨਹੀਂ ਸਾਡੀ ਪ੍ਰੀਤ ਨਹੀਂ ਬਣਦੀ। ਏਦਾਂ ਹੀ ਪ੍ਰਭੂ ਦੇ ਨਾਲ ਫਿਰ ਪ੍ਰੀਤ ਪੈ ਜਾਂਦੀ, ਪ੍ਰਗਟ ਹੋ ਜਾਂਦਾ ਹੈ, ਆਪਣਾ ਬਣਾ ਲੈਂਦਾ ਹੈ, ਆਪਣਾ ਉਹ ਕੱਪੜਾ ਪਹਿਨਾਉਂਦਾ ਹੈ ਜਿਹੜਾ ਫਿਰ ਉਸ ਪ੍ਰਭੂ ਨੂੰ ਪਾਉਂਦਾ ਹੈ। ਜਿਵੇਂ ਇੱਕ ਮਾਤਾ ਆਪਣੇ ਬੱਚੇ ਨੂੰ ਸੋਹਣੇ ਕੱਪੜੇ ਪਹਿਨਾਉਂਦੀ ਹੈ, ਏਦਾਂ ਪ੍ਰਭੂ ਨਾਮ ਦਾ ਕੱਪੜਾ ਸਾਨੂੰ ਪਾ ਦਿੰਦਾ ਤੇ ਇਹ ਮਾਇਆ ਦਾ ਕੱਪੜਾ ਉਤਾਰ ਦਿੰਦਾ ਹੈ। ਜਿਵੇਂ ਆਪਾਂ ਸੁਣਦੇ ਹਾਂ ਕਿ ਕ੍ਰਿਸ਼ਨ ਜੀ ਨੇ ਗੋਪੀਆਂ ਦੇ ਕੱਪੜੇ ਚੁੱਕ ਲਏ, ਕਿਉਂਕਿ ਉਹ ਕੱਪੜੇ ਨਹੀਂ ਪਾਉਂਦੇ। ਹਾਲਾਂਕਿ ਗੁਰਬਾਣੀ 'ਚ ਸਮਝਾਇਆ ਹੈ ਕਿ ਉਹ ਗੋਪੀਆਂ ਕੋਈ ਔਰਤਾਂ ਨਹੀਂ ਸੀ, ਉਹ ਪਾਰਜਾਤ ਗੋਪੀਆਂ ਸੀ, ਉਹ ਸਾਡੇ ਮਨ ਦੀ ਅਵਸਥਾ ਸੀ। ਮਨ ਦਾ ਕੱਪੜਾ ਮਾਇਆ ਦਾ ਉਤਾਰ ਦਿੱਤਾ ਸੀ ਤੇ ਨਾਮ ਦਾ ਕੱਪੜਾ ਪਹਿਨਾ ਦਿੱਤਾ, ਕਿਉਂਕਿ ਮਾਇਆ ਦਾ ਕੱਪੜਾ ਪ੍ਰਭੂ ਨੂੰ ਨਹੀਂ ਪਾਉਂਦਾ। ਸਿਮਰ ਸਿਮਰ ਕਾਟੇ ਸਭ ਰੋਗ, ਫਿਰ ਜਦੋਂ ਪ੍ਰਗਟ ਹੋ ਜਾਂਦਾ, ਆਪਣੇ ਬਣਾ ਲੈਂਦਾ ਹੈ, ਸਾਰੇ ਰੋਗ ਵੀ ਸਾਡੇ ਕੱਢ ਦਿੰਦਾ ਹੈ। ਕਿਉਂਕਿ ਰੋਗ ਕਿਹੜਾ ਹੈ?
हौमे दा रोग है, काम क्रोध लोभ मोह हंकार, ये रोग ने मन नूं, ये सारे रोग कट देंदा है ते अपने सिमरन दे विच ला लैंदा है, अपनी सेवा दे विच लाउंदा है। चरण ध्यान सर्व सुख भोग, ध्यान उस प्रभु दे चरनां दे विच लग जांदा है जिथों सारे सुख प्राप्त हुंदे ने, सारे भोग सानू मन नूं प्राप्त हुंदे ने, क्योंकि साडा चित्त उहदे चरनां दे विच जुड़ जांदा है। पूर्ण पुरख नवतन नित बाला, पूर्ण पुरख है, सदा नवा है, वो प्रभु साहब मेरा नीत नवा, ते हर अपने बच्चों नूं हर रोज नाम दे नाल सवारदा है। आप भी नवा है, आप भी कदे मैल नहीं लगती, ते जिन्हां नूं अपने बना लैंदा है उन्हां नूं भी फिर मैल नहीं लगन दिंदा, क्योंकि जिथे आ वसदा सानू वसा लैंदा उत्थे मैल नहीं है, उत्थे प्रकाश दे विच रहिंदे हां। प्रकाश दे विच मैल नहीं हुंदी, मैल त्रै गुणां दे विच है, ते जदों चौथे पद विच वासा हो जांदा है, जिहड़े जीव कमाउंदे ने हर रोज देखते हाँ अपने आप नूं, सानू प्रकाश रूप ही दिसदा है, क्योंकि मैल नहीं लगती। फिर सानू इदां आप हर रोज सानू संवारदा है, जिवें माता बच्चे नूं संवारदी है, जिसनों आपां पढ़दे भी हाँ सुखमनी साहिब दे विच, सतगुर सिख को नाम तन दे, गुर का सिख बड़ भागी है, सतगुर सिख का हालत पालत सवारे, नानक सतगुर सिख को जी नाल संभारे। इन्ना संभालदा है जिवें माता पिता बच्चे नूं संभालदा है। अंतर बाहर, हर अंतर बाहर सदा रखवाला, संग रखवाला, जिथे भी जाइए सदा अंग संग रहिंदा है, रखवाला है। आप सानू संभालदा है, आप प्रतिपालदा है, आप साडी जिहड़ी पालन पोषण करदा है, रखिया करदा है, किन्हां तो, इन्हां पंजां तो, क्योंकि अंदर दा खेल है। जे कहिए आपां बाहरी तौर ते, सरीरक तौर ते, क्योंकि सरीरक तौर ते साडा देश भी काल दा है, दूजियां दा भी काल दा है, लेकिन सरीरक मौत भी जदों समा आउंदा उदों आउंदी है, उस तो पहला नहीं आउंदी ते उस तो बाद लेट भी नहीं हुंदी, जदों समा है, क्योंकि मारन वाला भी आप, रखण वाला भी आप है। जदों सोजी हो जाती है फिर सानू पता है कि मौत का बहाना कोई भी हो सकता है, पर मौत देने वाला, शरीरक मौत देने वाला वो प्रभु है, लेकिन मन अमर हो जाता है, क्योंकि शरीर दे समा गिण के दिता होया है। गिण काले सब दिवस सास, न बढ़न कटन दिल सार। कहो नानक हर हर पद चीन, सर्वस नाम भगत को दीन। हरि पद नूं जदों प्राप्त कर लैंदा है मन, फिर ये नाम दा खजाना अपने भगतां नूं देंदा है, सारिआं नूं देंदा है, सारिआं नूं वरताउंदा है। पर जदों उस प्रभु दे नाल साडी प्रीत पै जांदी है, सो इस तरीके दे नाल सतगुरु जी सानू समझाउंदे ने कि उस प्रभु नूं आओ अगला शब्द विचारदे हाँ, क्योंकि इत्थे गौड़ी राग खत्म हो जाता है। यह अखीरला शब्द सी गौड़ी राग दा, इस तो बाद माज राग शुरू होंदा है। गौड़ी माज, गौड़ी भी है नाल माज राग है। राग गौड़ी माज महला पंजवां। पहला गौड़ी सी, गौड़ी महला सी, राग गौड़ी सी, हुण राग गौड़ी माज है। एक ओंकार सतगुर प्रसाद।
ਇੱਕ ਹੀ ਗਿਆਨ ਹੈ ਉਸ ਪ੍ਰਭੂ ਨੂੰ ਮਿਲਣ ਦਾ, ਤੇ ਉਹ ਸਤਿਗੁਰ ਦੀ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਕਿਉਂਕਿ ਪਰਮੇਸ਼ਰ ਇੱਕ ਹੀ ਹੈ, ਆਦਿ ਤੋਂ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰ ਉਸ ਦੀ ਮਿਲਾਪ ਹੈ ਜਿਹੜਾ ਸਤਿਗੁਰ ਦੀ ਕਿਰਪਾ ਦੇ ਨਾਲ ਹੁੰਦਾ ਹੈ। ਜਦੋਂ ਸਾਨੂੰ ਦਇਆ ਕਰਦਾ ਹੈ, ਫਿਰ ਸਾਨੂੰ ਸੱਚਾ ਗੁਰ ਦਿੰਦਾ ਹੈ। ਫਿਰ ਸੱਚਾ ਗੁਰ ਲੈ ਕੇ ਕਮਾਉਣ ਦੇ ਨਾਲ ਹੀ ਉਸ ਪ੍ਰਭੂ ਦੇ ਨਾਲ ਪਿਆਰ ਪੈਂਦਾ ਹੈ, ਉਸ ਦਾ ਮਿਲਾਪ ਹੁੰਦਾ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਰਹੋ ਪੰਕਤੀਆਂ ਨੇ। ਹਉ ਵਾਰੀਆ ਹਰ ਵਾਰੀਆ, ਵੀ ਅਸੀਂ ਵਾਰੇ ਜਾਂਦੇ, ਹਰੀ ਤੋਂ ਬਾਰ-ਬਾਰ ਬਲਿਹਾਰੇ ਜਾਂਦੇ ਹਾਂ, ਬਾਰੇ ਜਾਂਦੇ ਹਾਂ। ਇਹ ਰਹੋ ਪੰਕਤੀ ਹੈ, ਇੱਕ ਹੀ ਪੰਕਤੀ ਹੈ। ਸ਼ਬਦ ਸ਼ੁਰੂ ਕਰਦੇ ਹਾਂ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ, ਵੀ ਪ੍ਰਭੂ ਨੂੰ ਖੋਜਦੇ ਇੱਕ ਨਹੀਂ, ਅਸੰਖਾਂ ਲੋਕ ਉਸ ਨੂੰ ਖੋਜਦੇ ਫਿਰ ਰਹੇ ਨੇ, ਪਰ ਉਸ ਨੂੰ ਪਾ ਨਹੀਂ ਸਕੇ। ਖੋਜਦੇ ਖੋਜਦੇ ਪਤਾ ਨਹੀਂ ਕਿੰਨੀ ਦੁਨੀਆ ਚਲੇ ਗਈ ਸੰਸਾਰ ਦੇ ਵਿੱਚੋਂ ਪ੍ਰਭੂ ਨੂੰ, ਪਰ ਉਸ ਨੂੰ ਪਾ ਨਹੀਂ ਸਕੇ। ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਭਗਤ ਉਸਦੇ ਉਹੀ ਬਣਦੇ ਨੇ ਜਿਨ੍ਹਾਂ ਤੇ ਆਪ ਕਿਰਪਾ ਕਰਦਾ ਹੈ। ਆਪਣੇ ਆਪ ਭਗਤੀ ਨਹੀਂ ਕੀਤੀ ਜਾ ਸਕਦੀ। ਆਪਾਂ ਦੇਖਦੇ ਹਾਂ ਸਾਰਾ ਸੰਸਾਰ ਭਗਤੀ ਕਰ ਰਿਹਾ ਹੈ, ਲੇਕਿਨ ਕਰਦਾ ਕਿਸ ਦੀ ਹੈ? ਮਾਇਆ ਦੀ। ਸਰੀਰਕ ਭਗਤੀ ਕਰਦਾ ਹੈ, ਰਿੱਧੀਆਂ ਸਿੱਧੀਆਂ ਤੱਕ ਚਲੇ ਜਾਂਦਾ ਹੈ, ਦੇਵ ਲੋਕ ਤੱਕ ਚਲੇ ਜਾਂਦਾ ਹੈ, ਲੇਕਿਨ ਪ੍ਰਭੂ ਨੂੰ ਨਹੀਂ ਪਾ ਸਕਿਆ। ਕਿਉਂਕਿ ਪ੍ਰਭੂ ਦੇ ਭਗਤਾਂ ਦੀ ਜਿਹੜੀ ਪਹਿਚਾਣ ਗੁਰਬਾਣੀ ਦੇ ਵਿੱਚ ਕਰਵਾਈ ਹੈ ਕਿ ਪ੍ਰਭੂ ਦੇ ਜਿਹੜੇ ਭਗਤ ਨੇ ਉਹ ਕਿਹੋ ਜਿਹੇ ਹੁੰਦੇ ਨੇ। ਉਹਨਾਂ ਨੂੰ ਪ੍ਰਭੂ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਚਾਹੀਦਾ। ਉਹ ਪ੍ਰਭੂ ਤੋਂ ਬਿਨਾਂ ਕਿਸੇ ਦੀ ਸਿਫਤ ਸਲਾਹ ਨਹੀਂ ਕਰਦੇ। ਉਹ ਪ੍ਰਭੂ ਦੇ ਬਿਨਾਂ ਕਿਸੇ ਦੇ ਨਾਲ ਨਹੀਂ ਜੋੜਦੇ, ਨਾ ਆਪ ਜੁੜਦੇ ਤੇ ਨਾ ਕਿਸੇ ਨੂੰ ਜੋੜਦੇ ਨੇ। ਗੀਤਾ ਦੇ ਵਿੱਚ ਅਰਜਨ ਕ੍ਰਿਸ਼ਨ ਜੀ ਨੂੰ ਪੁੱਛਦਾ ਹੈ ਕਿ ਹੇ ਕੇਸਵ, ਤੂੰ ਮੈਨੂੰ ਇਹ ਦੱਸ ਕਿ ਤੇਰੇ ਭਗਤਾਂ ਦੀ ਪਹਿਚਾਣ ਕੀ ਹੈ, ਤੇਰੇ ਭਗਤ ਕਿਹੋ ਜਿਹੇ ਹੁੰਦੇ ਨੇ। ਤੇ ਕ੍ਰਿਸ਼ਨ ਜੀ ਸਮਝਾਉਂਦੇ ਨੇ ਅਰਜਨ ਨੂੰ ਕਿ ਹੇ ਅਰਜਨ, ਜਿਹੜੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਸੁਣਾਉਂਦੇ ਨੇ ਉਹ ਮੇਰੇ ਭਗਤ ਨਹੀਂ, ਉਹ ਮਾਇਆ ਦੇ ਭਗਤ ਨੇ, ਮਾਇਆ ਵਾਸਤੇ ਗੱਲਾਂ ਕਰਦੇ ਨੇ। ਜਿਹੜੇ ਮੇਰੇ ਭਗਤ ਨੇ ਉਹਨਾਂ ਨੂੰ ਮੇਰੇ ਤੋਂ ਬਿਨਾਂ ਹੋਰ ਕੋਈ ਉਹਨਾਂ ਦੀ ਇੱਛਾ ਹੀ ਨਹੀਂ ਹੁੰਦੀ। ਉਹ ਕਿਸੇ ਦੀ ਸਿਫਤ ਸਲਾਈ ਨਹੀਂ ਕਰਦੇ, ਉਹ ਮੈਨੂੰ ਹੀ ਲੋਚਦੇ ਨੇ, ਮੇਰੇ ਹੀ ਗੁਣਗਾਨ ਕਰਦੇ ਨੇ, ਪਰ ਕਿਸੇ ਲਾਲਚ ਦੇ ਵਿੱਚ ਨਹੀਂ, ਕਿਉਂਕਿ ਉਹ ਮੇਰੇ ਨਾਲ ਪਿਆਰ ਕਰਦੇ ਨੇ, ਪਿਆਰ ਦੇ ਵਿੱਚ ਮੇਰੇ ਗੁਣ ਗਾਉਂਦੇ ਨੇ। ਏਦਾਂ ਹੀ ਸਤਿਗੁਰੂ ਜੀ ਵੀ ਸਮਝਾਉਂਦੇ ਨੇ ਕਿ ਇੱਕ ਮੇਰੇ ਚਾਕਰ ਨੇ ਜਿਹੜੇ ਮੇਰੇ ਹੀ ਗੁਣ ਗਾਉਂਦੇ ਨੇ, ਤੇ ਇੱਕ ਉਹ ਜੀਵ ਨੇ ਜਿਹੜੇ ਮਾਇਆ ਕਰਕੇ ਗਾਉਂਦੇ ਨੇ। ਉਹ ਕੌਣ ਹੁੰਦੇ ਨੇ? ਰਾਗੀ, ਨਾਦੀ, ਬੇਦੀ, ਜਿਹਨੂੰ ਆਪਾਂ ਪੜ੍ਹਦੇ। ਜਿੱਥੇ ਪ੍ਰਭੂ ਨਹੀਂ ਖੁਸ਼ ਹੁੰਦਾ, ਕੋਈ ਗਾਵੇ ਰਾਗੀ, ਨਾਦੀ, ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਤਿਨਾ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਹਿ ਕੀਜੈ। ਵੀ ਉਹਨਾਂ ਦੇ ਅੰਦਰ ਇੱਕ ਕਪਟ ਹੈ, ਬੈਰਾਗ ਦੇ ਵਿੱਚ ਕਰਦੇ, ਪਰ ਅੰਦਰ ਕਪਟ ਹੈ, ਮਾਇਆ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਵੀ ਉਹ ਜਾਣਦਾ ਹੈ ਕਿ ਤਾਂ ਮੈਨੂੰ ਨਹੀਂ ਗਾਉਂਦੇ, ਤਾਂ ਮਾਇਆ ਕਰਕੇ ਗਾਉਂਦੇ ਨੇ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦੇ ਅੰਦਰ ਕੋਈ ਕਪਟ ਨਹੀਂ ਹੈ, ਜਿਹੜੇ ਮੇਰੇ ਪਿਆਰ ਵਿੱਚ ਗਾਉਂਦੇ ਨੇ, ਜਿਨ੍ਹਾਂ ਦਾ ਹਿਰਦਾ ਸੁਧ ਹੈ, ਉਹੀ ਮੇਰੀ ਭਗਤੀ ਕਰਦੇ ਨੇ। ਦੂਜੇ ਗਾਉਂਦੇ ਨੇ ਪਰ ਮੈਨੂੰ ਨਹੀਂ ਪਾਉਂਦੇ। ਗਾਉਂਦਾ ਬਹੁਤ ਸੰਸਾਰ ਹੈ, ਪਰ ਮੈਨੂੰ ਉਹੀ ਪਾਉਂਦਾ ਜਿਹੜਾ ਮੇਰੇ ਚ ਰੱਤ ਕੇ ਗਾਉਂਦਾ ਹੈ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ।
ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆ। ਵੀ ਪੰਥ ਜਿਹੜਾ ਹੈ ਡਰਾਉਣਾ ਹੈ, ਬੜਾ ਭੈ ਸੀ ਉਸ ਦਾ ਮਾਰਗ ਦਾ, ਜਿਹੜਾ ਜਮ ਮਾਰਗ ਹੈ। ਸੁਣਦੇ ਹਾਂ ਕਿ ਉਹ ਬਹੁਤ ਹੈ, ਉਸ ਦਾ ਡਰ ਵੀ ਬਹੁਤ ਸੀ। ਮੈਂ ਤੱਕੀ ਓਟ ਸੰਤਾਂ ਲਿਹੋ ਬਾਰੀਆਂ। ਪਰ ਜਿਸ ਮਾਰਗ ਦਾ ਡਰ ਸੀ, ਫਿਰ ਕੀ ਹੋਇਆ ਕਿ ਮੈਂ ਤਾਂ ਸੰਤਾਂ ਦੀ ਓਟ ਲਈ, ਸੰਤਾਂ ਤੋਂ ਗਿਆਨ ਲਿਆ ਤੇ ਉਹਨਾਂ ਮੈਨੂੰ ਉਬਾਰ ਲਿਆ, ਇਸ ਮਹਾ ਭਿਆਨ ਰਸਤੇ ਚੋਂ ਮੈਨੂੰ ਕੱਢ ਲਿਆ। ਕਿਉਂਕਿ ਇੱਕ ਜਮ ਮਾਰਗ ਹੈ, ਇੱਕ ਗੋਬਿੰਦ ਮਾਰਗ ਹੈ। ਸੰਤ ਨੇ ਜਿਹੜੇ ਉਹ ਸਾਡਾ ਜਿਹੜਾ ਮਾਰਗ ਜਿੱਥੇ ਆਪਾਂ ਲੁੱਟੇ ਜਾਂਦੇ ਨੇ ਉਹ ਛਡਾ ਕੇ ਉਸ ਮਾਰਗ ਤੇ ਚਲਾ ਲੈਂਦੇ ਨੇ ਜਿੱਥੇ ਸਾਨੂੰ ਕੋਈ ਲੁੱਟ ਨਹੀਂ ਸਕਦਾ, ਜਿੱਥੇ ਸਾਡਾ ਨਾਮ ਧਨ ਦਾ ਖਜ਼ਾਨਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੇ ਮਾਰਗ ਲੂਟੀ ਪਨਹਾਰੀ, ਜੇ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ। ਵੀ ਉਹ ਰਸਤਾ ਹੀ ਛੱਡ ਦਿੱਤਾ ਹੈ। ਇੱਕ ਗੋਬਿੰਦ ਮਾਰਗ ਹੈ, ਇੱਕ ਜਮ ਮਾਰਗ ਹੈ। ਜਮ ਮਾਰਗ ਛੱਡ ਕੇ ਗੋਬਿੰਦ ਮਾਰਗ ਤੇ ਸੰਤ ਚਲਾ ਲੈਂਦੇ ਨੇ ਤੇ ਜਿਹੜਾ ਡਰਾਉਣਾ ਰਸਤਾ ਸੀ, ਜਿਹਦਾ ਭੈ ਸੀ, ਉਹ ਖਤਮ ਹੋ ਗਿਆ। ਮੋਹਨ ਲਾਲ ਅਨੂਪ ਸਰਬ ਸਾਧਾਰੀਆ। ਉਹ ਪ੍ਰਭੂ ਮਨ ਨੂੰ ਮੋਹਣ ਵਾਲਾ ਲਾਲਾਂ ਦੀ ਨਿਆਈ ਹੈ। ਲਾਲਾਂ ਜਿਹਾ ਰੰਗ ਹੈ, ਹੀਰੇ ਵਰਗਾ ਰੰਗ ਹੈ ਉਸਦਾ, ਤੇ ਸਾਰਿਆਂ ਦਾ ਆਸਰਾ ਹੈ, ਸਾਰਿਆਂ ਨੂੰ ਸਧਾਰ ਲੈਂਦਾ ਹੈ, ਸਾਰਿਆਂ ਨੂੰ ਆਪਣੇ ਬਣਾ ਲੈਂਦਾ ਹੈ। ਜਿਹੜੇ ਸੰਤਾਂ ਦੀ ਓਟ ਲੈ ਕੇ ਚੱਲਦੇ ਨੇ, ਸੰਤਾਂ ਦੀ ਓਟ ਕੀ ਕਿ ਉਹਨਾਂ ਤੋਂ ਗਿਆਨ ਲੈ ਕੇ ਚੱਲਦੇ ਨੇ। ਕੋਈ ਉਹਨਾਂ ਦੀ ਸਰੀਰਕ ਓਟ ਨਹੀਂ, ਉਹਨਾਂ ਕੋਲ ਇੱਕ ਗਿਆਨ ਲੈਂਦੇ ਨੇ, ਆਸਰਾ ਲੈਂਦੇ ਨੇ। ਜਿਵੇਂ ਇੱਕ ਜੀਵ ਹੈ, ਅੰਧਾ ਹੈ, ਦੂਜੇ ਦੇ ਮੋਢੇ ਤੇ ਹੱਥ ਰੱਖ ਕੇ ਚੱਲ ਲੈਂਦਾ ਹੈ ਤੇ ਸੰਤ ਉਸ ਨੂੰ ਉਸ ਪ੍ਰਭੂ ਦੇ ਸਨਮੁਖ ਕਰ ਦਿੰਦੇ ਨੇ ਤੇ ਪ੍ਰਭੂ ਉਹਨਾਂ ਦੇ ਭਰਮ ਦਾ ਪਰਦਾ ਪਾਸੇ ਕਰ ਦਿੰਦਾ ਹੈ। ਉਹਨਾਂ ਨੂੰ ਉਸ ਪ੍ਰਭੂ ਦੇ ਨਾਲ ਦਰਸ਼ਨ ਹੋ ਜਾਂਦੇ, ਪਿਆਰ ਪੈ ਜਾਂਦਾ ਹੈ। ਏਦਾਂ ਫਿਰ ਸਾਨੂੰ ਸਦਾ ਲੈਂਦਾ। ਗੁਰ ਨਿਭ ਨਿਭ ਲਾਗੂ ਪਾਏ ਦੇਹੋ ਦਿਖਾਰੀਆ। ਨਿਭਦਾ ਹੈ ਮਨ, ਗੁਰ ਦੇ ਚਰਨੀ ਲੱਗਦਾ ਹੈ ਤੇ ਗੁਰ ਸਾਨੂੰ ਫਿਰ ਉਸ ਦੇ ਦਰਸ਼ਨ ਕਰਵਾ ਦਿੰਦਾ ਹੈ। ਸੰਤ ਸਾਨੂੰ ਗੁਰ ਦਿੰਦੇ ਨੇ ਤੇ ਗੁਰ ਕਮਾਉਣ ਦੇ ਨਾਲ ਦਰਸ਼ਨ ਹੋ ਜਾਂਦੇ ਨੇ। ਮੈਂ ਕੀਏ ਮਿੱਤਰ ਅਨੇਕ ਇੱਕ ਸਬਲਿਹਾਰੀਆ। ਸਮਝਾਉਂਦੇ ਨੇ ਵੀ ਮੈਂ ਵੀ ਬੜੇ ਮਿੱਤਰ ਬਣਾਏ, ਅਨੇਕਾਂ ਮਿੱਤਰ ਬਣਾਏ, ਪਰ ਹੁਣ ਕਿਸ ਤੋਂ ਬਲਿਹਾਰੇ ਜਾਂਦੇ? ਇੱਕ ਹੀ ਪ੍ਰਭੂ ਤੋਂ, ਉਸ ਤੋਂ ਹੀ ਬਾਰੇ ਜਾਂਦੇ, ਉਸ ਤੋਂ ਬਲਿਹਾਰੇ ਜਾਂਦੇ। ਕਿਉਂਕਿ ਜਿਹੜਾ ਇਹ ਯੁੱਗ ਹੈ ਕਲਯੁੱਗ, ਇਸ ਦੇ ਵਿੱਚ ਅਸੀਂ ਬਹੁਤੇ ਮਿੱਤਰ ਨਹੀਂ ਬਣਾਉਣੇ। ਹਾਲਾਂਕਿ ਸੰਸਾਰ ਪ੍ਰਭੂ ਨੂੰ ਛੱਡ ਕੇ ਬੜੇ ਮਿੱਤਰ ਬਣਾਏ ਨੇ। ਕਿਵੇਂ ਮਿੱਤਰ ਬਣਾਏ ਨੇ? ਕੋਈ ਕਿਸੇ ਮੜੀਆਂ ਮਸਾਣੀਆਂ ਨੂੰ ਪੂਜਦਾ ਹੈ, ਕੋਈ ਦਰਖਤਾਂ ਨੂੰ ਪੂਜਦਾ ਹੈ, ਕੋਈ ਕਿਸੇ ਦੇਵਤੇ ਨੂੰ ਪੂਜਦਾ ਹੈ। ਪਰ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਜਿਹੜਾ ਇਹ ਯੁੱਗ ਹੈ, ਇੱਥੇ ਇੱਕ ਹੀ ਮਿੱਤਰ ਬਣਾ ਲਵੋ, ਉਹ ਪ੍ਰਭੂ ਨੂੰ। ਜੇ ਸੁੱਖ ਲੈਣਾ ਹੈ, ਜੇ ਬਹੁਤੇ ਮਿੱਤਰ ਬਣਾਵਾਂਗੇ, ਇਸ ਯੁੱਗ ਦੇ ਵਿੱਚ ਸਾਨੂੰ ਸੁੱਖ ਨਹੀਂ ਮਿਲਣਾ। ਸੁੱਖ ਨਾਹੀਂ ਐਸ ਯੁੱਗ ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸਿਉ ਸੋ ਸੁਖ ਪਾਵੈ ਨੀਤ। ਜਿਹੜਾ ਚਿੱਤ ਇੱਕ ਪ੍ਰਭੂ ਨਾਲ ਜੋੜ ਲੈਂਦਾ, ਉਸ ਨੂੰ ਮਿੱਤਰ ਬਣਾ ਲੈਂਦਾ ਹੈ, ਉਹ ਸੁੱਖ ਪਾਉਂਦਾ ਹੈ। ਜਿਹੜੇ ਹੋਰ ਮਿੱਤਰ ਬਣਾ ਲੈਂਦਾ, ਉਸ ਨੂੰ ਇਸ ਯੁੱਗ ਦੇ ਵਿੱਚ ਸੁੱਖ ਨਹੀਂ ਮਿਲਣਾ। ਏਦਾਂ ਇੱਥੇ ਮਾਰਾ ਸਮਝਾਉਂਦੇ ਨੇ ਵੀ ਮੈਂ ਵੀ ਮਿੱਤਰ ਬਹੁਤ ਬਣਾ ਕੇ ਦੇਖੇ, ਪਰ ਹੁਣ ਇੱਕ ਪਰਮੇਸ਼ਰ ਤੋਂ ਬਲਿਹਾਰੇ ਜਾਂਦੇ। ਕਿਉਂਕਿ ਆਪਾਂ ਪਹਿਲੇ ਹੀ ਰਹੋ ਪੰਕਤੀ 'ਚ ਇਹ ਵਿਚਾਰ ਆਏ ਹਾਂ, ਹੋਂ ਵਾਰੀਆਂ ਹਰ ਪਾਰੀਆਂ, ਵੀ ਅਸੀਂ ਵਾਰੇ ਕਿਸ ਤੋਂ? ਹਰੀ ਤੋਂ। ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਭੰਡਾਰੀਆ। ਸਾਰੇ ਗੁਣ ਕਿਸੇ ਕੋਲ ਨਹੀਂ, ਪਰ ਹਰੀ ਦੇ ਕੋਲ ਭੰਡਾਰਾ ਭਰਿਆ ਪਿਆ ਹੈ। ਇਸ ਕਰਕੇ ਉਸੇ ਨੂੰ ਮਿੱਤਰ ਬਣਾਉਂਦੇ। ਇਹ ਗੁਣ ਹੋਰ ਕਿਸੇ ਕੋਲ ਨਹੀਂ ਹੈ, ਇਸ ਪ੍ਰਭੂ ਦੇ ਕੋਲ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ। ਪਰ ਪ੍ਰਭੂ ਦੇ ਕੋਲੇ ਭੰਡਾਰ ਭਰਿਆ ਪਿਆ ਹੈ। 14 ਦਿਸ ਜਪੀਏ ਨਾਉ ਸੂਖ ਸਵਾਰੀਆ। ਫਿਰ 14 ਦਿਸ਼ਾਵਾਂ ਦੇ ਵਿੱਚ ਹੀ ਨਾਮ ਪ੍ਰਗਟ ਹੋ ਜਾਂਦਾ ਹੈ।
ਜਿਹਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ, ਮਨ ਦਾ ਅੱਗਾ ਸਿਮਰ ਜਾਂਦਾ ਹੈ। ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀ। ਸਮਝਾਉਂਦੇ ਨੇ ਕਿ ਮੈਂ ਤਾਂ ਉਸ ਪਰਮੇਸ਼ਰ ਦੀ ਓੜ ਹੀ ਲਈ ਹੈ, ਉਸੇ ਤੋਂ ਬਲਿਹਾਰੇ ਜਾਂਦਾ ਹਾਂ। ਹੇ ਪ੍ਰਭੂ, ਮੈਂ ਤਾਂ ਤੇਰੀ ਓਟ ਲਈ ਹੈ, ਤੈਤੋਂ ਹੀ ਬਲਿਹਾਰੇ ਜਾਂਦਾ ਹਾਂ, ਕਿਉਂਕਿ ਤੂੰ ਹੀ ਸੁਖ ਦੇਣ ਵਾਲਾ ਹੈ, ਤੇਰੀ ਹੀ ਪ੍ਰੀਤ ਸਦਾ ਸੰਗ ਚੱਲਣ ਵਾਲੀ ਹੈ। ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ। ਵਿਸਾਸੀ ਤਾਂ ਮੋਹ ਰੂਪੀ ਖੂਹ ਦੇ ਵਿੱਚ ਫਸੇ ਸੀ। ਗੁਰ ਨੇ ਆਪ ਸਾਨੂੰ ਬਾਂਹ ਦੇ ਕੇ, ਲੰਮੀ ਬਾਂਹ ਕਰਕੇ ਆਪਣੀ ਬਾਂਹ ਪਸਾਰ ਕੇ ਇਸ ਖੂਹ ਦੇ ਵਿੱਚੋਂ ਕੱਢ ਲਿਆ ਹੈ। ਜਿਸ ਖੂਹ ਦੇ ਵਿੱਚ ਅਸੀਂ ਮੋਹ ਦੇ ਖੂਹ ਦੇ ਵਿੱਚ ਫਸੇ ਸੀ, ਆਪ ਗੁਰ ਨੇ ਸਾਨੂੰ ਮੋਹ ਦੇ ਖੂਹ ਦੇ ਵਿੱਚੋਂ ਕੱਢ ਲਿਆ ਹੈ। ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆਂ। ਹੁਣ ਸਮਝਾਉਂਦੇ ਨੇ ਕਿ ਮੈਂ ਉਹ ਜਨਮ ਜਿੱਤ ਲਿਆ ਹੈ, ਤੇ ਸਾਡਾ ਜਨਮ ਵੀ ਕਿਹੜਾ ਹੈ? ਅਪਾਰ ਹੋ ਗਿਆ। ਹੁਣ ਅਸੀਂ ਦੁਬਾਰਾ ਨਹੀਂ ਹਾਰ ਸਕਦੇ। ਹੁਣ ਸਾਨੂੰ ਜਨਮ ਮਰਨ ਵਿੱਚ ਨਹੀਂ ਜਾਣਾ ਪਏਗਾ, ਕਿਉਂਕਿ ਅਸੀਂ ਆਪਣੇ ਜਨਮ ਨੂੰ ਜਿੱਤ ਲਿਆ ਹੈ। ਗੁਰ ਦੇ ਚਰਨੀ ਲੱਗ ਕੇ, ਉਸ ਪ੍ਰਭੂ ਦੇ ਨਾਲ ਪਿਆਰ ਪਾ ਕੇ, ਉਸਨੇ ਆਪ ਸਾਨੂੰ ਅੰਧਕੂਪ ਦੇ ਵਿੱਚੋਂ, ਮੋਹਕੂਪ ਦੇ ਵਿੱਚੋਂ ਆਪ ਕੱਢ ਲਿਆ ਹੈ। ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ। ਫਿਰ ਉਸ ਪ੍ਰਭੂ ਤੋਂ ਮੈਂ ਉਹ ਖਜ਼ਾਨਾ ਪਾਇਆ ਹੈ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਹੈ, ਅਕਥ ਕਥਾ ਦਾ। ਕਿਉਂਕਿ ਜਿਹੜਾ ਅਕਥ ਕਥਾ ਦਾ ਗਿਆਨ ਹੈ, ਇਹ ਸਾਨੂੰ ਆਪਣਾ ਨਹੀਂ ਹੈ, ਇਸ ਪ੍ਰਭੂ ਦੇ ਵੱਲੋਂ ਬਖਸ਼ਿਆ ਹੁੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕੀਤਾ ਸੀ। ਅਕਥ ਕਥਾ ਗਿਆਨ ਗੁਰ ਅੰਗਦ ਦਿਓ ਨਿਧਾਨ, ਅਕਥ ਕਥਾ ਗਿਆਨ। ਵੀ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਖਜ਼ਾਨਾ ਦਿੱਤਾ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਨੂੰ, ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਇਹ ਫਿਰ ਖਜ਼ਾਨਾ ਦਿੱਤਾ ਸੀ ਅਕਥ ਕਥਾ ਦਾ, ਗਿਆਨ ਦਾ, ਜਿਹੜਾ ਫਿਰ ਅਸਲੀ ਖਜ਼ਾਨਾ ਹੈ। ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ। ਇੱਥੇ ਮਹਾਰਾਜ ਜੀ ਸਮਝਾ ਰਹੇ, ਕਹਿੰਦੇ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ। ਹਰ ਦਰਗਾਹ ਸੋਭਾਵੰਤ ਬਾਲ ਉਡਾਰੀਆ। ਹੁਣ ਦਰਗਾਹ ਦੇ ਵਿੱਚ ਸੋਭਾ ਮਿਲਦੀ ਹੈ, ਉੱਥੇ ਬਾਲ ਉਡਾਉਂਦਾ ਹੈ, ਪਿਆਰ ਲਡਾਉਂਦਾ ਹੈ ਪ੍ਰਭੂ। ਜਿੱਥੇ ਉਹ ਖਜ਼ਾਨਾ ਹੈ, ਜਿੱਥੇ ਆ ਵਸਦਾ ਹੈ, ਆਪਣਾ ਖਜ਼ਾਨਾ ਦਿੰਦਾ ਹੈ। ਜਿਵੇਂ ਇੱਕ ਪਿਤਾ ਆਪਣੇ ਬੱਚੇ ਨੂੰ ਖਜ਼ਾਨਾ ਦਿੰਦਾ ਹੈ ਕਿ ਆ ਲਓ, ਇਸ ਦਾ ਤੁਸੀਂ ਵਣਜ ਕਰੋ, ਏਦਾਂ ਪ੍ਰਭੂ ਆਪਣੇ ਪਿਆਰਿਆਂ ਨੂੰ ਇਹ ਖਜ਼ਾਨਾ ਦਿੰਦਾ ਹੈ ਕਿ ਹੁਣ ਤੁਸੀਂ ਜੀਵਾਂ ਨੂੰ ਅਕਥ ਕਥਾ ਦਾ ਗਿਆਨ ਦਿਓ। ਕਿਵੇਂ ਪਰਮੇਸ਼ਰ ਨੂੰ, ਆਪਣੇ ਆਪ ਨੂੰ, ਆਪਣੇ ਮਨ ਨੂੰ ਕਿਵੇਂ ਦੇਖਣਾ ਹੈ, ਆਪਣੇ ਆਪ ਦੀ ਪਹਿਚਾਣ ਕਿਵੇਂ ਕਰਨੀ ਹੈ। ਕਿਉਂਕਿ ਮਨ ਵੀ ਸਾਡਾ ਅਕਥ ਹੋਇਆ ਹੈ। ਜੇ ਮਨ ਨੂੰ ਕਥ ਲਿਆ ਤੇ ਪ੍ਰਭੂ ਨੂੰ ਵੀ ਜਾਣ ਲਵਾਂਗੇ। ਆਪਣੇ ਆਪ ਦੀ ਪਹਿਚਾਣ ਹੋਗੀ ਤੇ ਪ੍ਰਭੂ ਦੀ ਪਹਿਚਾਣ ਹੋਏਗੀ। ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਫਿਰ ਜਨ ਨੂੰ ਉਹ ਰਤਨ ਪ੍ਰਾਪਤ ਹੋ ਜਾਂਦਾ ਹੈ, ਜਾਂ ਸਾਨੂੰ ਉਹ ਰਤਨ ਪ੍ਰਾਪਤ ਹੋ ਗਿਆ ਜਿਸ ਦਾ ਕੋਈ ਮੁੱਲ ਨਹੀਂ ਹੈ, ਜਿਹੜਾ ਅਮੋਲ ਰਤਨ ਹੈ, ਅਪਾਰ ਹੈ, ਜਿਸ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ, ਜਿਸ ਦੀ ਕੋਈ ਕੀਮਤ ਨਹੀਂ, ਕਿਸੇ ਕੀਮਤ ਤੇ ਨਹੀਂ ਪਾਇਆ ਜਾ ਸਕਦਾ। ਉਸ ਪ੍ਰਭੂ ਦੇ ਖੁਸ਼ੀ ਤੇ ਸਾਨੂੰ ਮਿਲਦਾ ਹੈ, ਉਸ ਦੀ ਦਿਆਲਤਾ ਤੋਂ ਪ੍ਰਾਪਤ ਹੁੰਦਾ ਹੈ। ਗੁਰ ਸੇਵਾ ਪਉ ਜਲ ਤਰੀਆ ਕਹੋ ਪੁਕਾਰੀਆ। ਤੇ ਸਮਝਾਉਂਦੇ ਨੇ ਕਿ ਹੁਣ ਅਸੀਂ ਪੁਕਾਰ ਕੇ ਕਹਿੰਦੇ ਨੇ ਜੀਵਾਂ ਨੂੰ ਕਿ ਆਓ ਭਵ ਸਾਗਰ ਨੂੰ ਪਾਰ ਹੋਈਏ ਗੁਰ ਦੀ ਸੇਵਾ ਦੇ ਨਾਲ। ਕਿਉਂਕਿ ਗੁਰ ਕਮਾਉਣ ਦੇ ਨਾਲ, ਗੁਰ ਦੀ ਕਿਰਪਾ ਨਾਲ ਹੀ ਅਸੀਂ ਭਵ ਸਾਗਰ ਨੂੰ ਤਰ ਸਕਦੇ ਹਾਂ। ਤੇ ਗੁਰ ਕਿੱਥੋਂ ਮਿਲਦਾ ਹੈ? ਸਾਧੂ ਜਨਾਂ ਦਾ ਸੰਗ ਕਰਕੇ।
किन्हां नूं मिलदा है, जिन्हां ते खुश हुंदा उन्हां नूं आप इस भव सागर चों रखदा है। किवें रखदा है? पर रोज़ पढ़दे बाणी दे विच रखे रखणहार आप उबारियन, गुर की पैरी पाए काज सवारियन, होआ आप दयाल मनो ना विसारियन, साध जना कै संग भव जल तारियन, साखत निंदक दुष्ट खिन माहे बेदारियन। इदां आप प्रभु किरपा करता है। पर उन्हां जीवां नूं जदों वो जीव चाहुंदे ने कि सानूं तां ऐसा सज्जण चाहीदा है जिहड़ा अंत तक साडे नाल निभ जावे, ऐसे मित्र नूं जिन्हों महाराज समझाउंदे ने कि ऐसे संत ढूंढ लो पक्के, जिहड़े ना इत्थे विचरण ते ना अगे छड्ड के जाण। ऐसे संतां नूं आपां संग करके उन्हां द्वारा ज्ञान लैके उस प्रभु दे नाल प्यार पाउणा है। कच्चरियां सो तोड़, भी कच्चियां नालों तोड़ना है, ढूंढ संत पक्कियां। वो जिउंदे विछड़े वो मूया जाए ना छोड़, भी वो मरिया नूं भी नहीं छड्डदे, वो जिउंदे ही विछड़ जांदे ने। कच्चियां नालों तोड़ देना है, क्योंकि जिहड़े कच्चे इत्थे छड़ जांदे ने, मोह माया च हुंदे ने, ना कुछ मिलिया टुर जांदी है। लेकिन दूजे संत ने जिहड़े पक्के ने, वो ना इत्थे छड्डदे ने ते ना अगे छड्डदे ने। सो आओ आपां हुण उस गुर नूं अपना मित्र बनाउणा है, ना कि किसी शरीर नूं, क्योंकि गुर साडे नाल निभना है, कोई शरीर नहीं। शरीर करके कोई नहीं मरदा, लेकिन गुर नाल निभदा है। वो गुर नूं आपां मित्र बना लेना, सज्जण बना लेना है, ते जिहड़ा फिर सानूं छड्ड के नहीं जांदा, ना इत्थे छड्डेगा ते ना अगे छड्ड के जाएगा। किवें आपां उस दे नाल प्यार पाउणा है, किवें मित्र बनाउणा है, किवें उस प्रभु दे चरणਾਂ जुड़ना है, वो आपां समझदे हां। प्रभु की शरण दे विच जाना है। प्रभु की शरण कित्थे है? जिथों सानू वो पाल रहा, स्वास दे रहा है, गुफा दे विच बैठा है, सिर्फ आप ही वसदा है उत्थे, दूजा नहीं है। अनहद वाजै सहज सहेला, सदा आनंद कर सहज अनहद, सदा आनंद करे सदकेला, सहज गुफा मैं ताड़ी लाई, आसन ऊच सवारिया जी। सहज गुफा दे विच ताड़ी लाई बैठा, पर ऊंचे आसन ते इकल्ला ही बैठा है। उत्थे जाके आपां उस प्रभु दे नाल प्यार पाउणा है, ध्यान ने जाना है। दो नेत्रां दे विच साडे जोत है, दोनां नेत्रां नूं इस पॉइंट ते आपां सम करना है ते देखना है, क्योंकि एक चित होना, एक दृष्ट होना है। इत्थे देखना है ध्यान ला के कि असीं एक दृष्ट हाँ कि दो दृष्ट हाँ। जदों दोनां नेत्रां नूं इस पॉइंट ते सम करांगे, आपां इह देखना है कि नक दिसदा जां नहीं। जे दिसदा है फिर किस पासे तो दिसदा है? सज्जे पासे दिसदा है नक, खब्बे पासे जां विचाले? क्योंकि सज्जे तमो गुण है, खब्बे रजो गुण ते विचाले सतो गुण है। जे नहीं दिसदा उत्थे देवलोक है, देवता है। इन्हां देखना है, फिर आपां ध्यान लगावांगे। मेरे वाल समझ लवो कोई नवा जीव है, पहला इस पॉइंट ते इदां देखांगे। ये तो मैं फिर आवाज देवांगा आप जी नूं कि ध्यान सामने लैके आओ, ते आपां सामने देखना है। फिर मैं आप जी नूं आवाज देवांगा कि ध्यान नूं मस्तक ते सामने लै जाओ, पलका चुक देना उत्ते, मस्तक दे सामने। इहदा उच्च थां ते ताड़ी लाई बैठा, उच्च थां आसन सवारिया है।
फिर जदों कहांगा सामने, फिर सामने, जदों कहूँगा सम करो, फिर इत्थे। इस बारे थोड़ा मैं शब्द गलत बोल गया सी। अनहद बाजै सहज सहेला, सदा आनंद करे सद केला, सहज गुफा में ताड़ी लाई, आसन ऊच सवारिया जी। सो आओ नेत्र सम करके अपने आप नूं थोड़ा परखो, देखो। सामने लेके आओ ध्यान, सामने देखो जी। मस्तक दे सामने लै जाओ, पलका उत्ते चुक दो। ध्यान मस्तक दे सामने, पलका उत्ते चुक दो जी। फिर सामने लेके आओ। फिर नक ते सम करके देखो। हुण देखना है जे किसी नूं पहला नक दिसदा सी कि दिसनों हट गया, क्योंकि आपां नक तो रहत हो जाना। ना नक, नानक बनना है। ध्यान नीचे लै जाओ। हुण नीचे जो भी जिथे आप बैठे हाँ, जो थले चादर वगैरह जो भी विछया है, चाहे फर्श है, उस तो आपां थोड़ा उत्ते देखण दी कोशिश करनी है। निराकार दे विच, स्पेस दे विचों खाली खला है। धरती तो ऊपर चादर जो विषय उस तो थोड़ा ऊपर रिलैक्स हो के, जोर नहीं लगाना, एक पॉइंट नहीं देखना, ध्यान ढिला छड्ड के देखना। इत्थे सानू प्रकाश अनुभव होना शुरू होएगा। जिवें सरोवर दे विच जल दीयां लहरां हुंदियां ने, इदां ही इत्थे सानू प्रकाश दीयां, जिसनूं अमृत जल भी कहा है, उस दी हलचल अनुभव होनी शुरू हो जाएगी, जिसनों आपां देखी जाना हुंदा।
फिर सम करके देखिए अपने आप ਨੂੰ। फिर नीचे ले जाओ ध्यान। फिर सम करके देखिए अपने आप ਨੂੰ। फिर नीचे ले जाओ ध्यान।
ਸਮ ਕਰਕੇ ਦੇਖੀਏ ਆਪਣੇ ਆਪ ਨੂੰ। फिर नीचे ले जाओ ध्यान। और सम करके देखिए फिर अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਜਦੋਂ ਆਪਾਂ ਪਿਆਰ ਪਾਉਂਦੇ ਹਾਂ ਤੇ ਐਸਾ ਸਾਡਾ ਸੱਜਣ ਬਣ ਜਾਂਦਾ ਹੈ ਪ੍ਰਭੂ ਕਿ ਫਿਰ ਆਪ ਸਾਡਾ ਰਖਵਾਲਾ ਹੋ ਜਾਂਦਾ ਹੈ। ਫਿਰ ਸਾਨੂੰ ਕਦੇ ਵੀ ਵਿਛੜ ਨਹੀਂ ਦਿੰਦਾ। ਫਿਰ ਸਾਨੂੰ ਹਰ ਥਾਂ ਤੇ ਆਪ ਪਤ ਰੱਖਦਾ ਹੈ। ਲੇਕਿਨ ਜਦੋਂ ਅਸੀਂ ਉਸ ਨੂੰ ਚਾਹੁੰਦੇ ਹਾਂ, ਐਸੇ ਸੱਜਣ ਨੂੰ, ਤੇ ਫਿਰ ਉਸ ਤੋਂ ਬਾਰੇ ਜਾਣਦੇ ਹਾਂ, ਗਿਆਨ ਲੈਂਦੇ ਹਾਂ, ਪ੍ਰੀਤ ਪਾ ਲੈਂਦੇ ਹਾਂ। ਇੱਕੋ ਹੀ ਪ੍ਰੀਤ ਹੈ ਜਿਹੜੀ ਸਦਾ ਨਾਲ ਨਿਭਦੀ ਹੈ, ਉਹ ਹੈ ਹਰੀ ਦੀ ਪ੍ਰੀਤ। ਉਸ ਤੋਂ ਬਿਨਾਂ ਸਾਰੀ ਪ੍ਰੀਤ ਜਿਹੜੀ ਹੈ ਇੱਥੇ ਸੰਸਾਰ 'ਚ ਹੀ ਟੁੱਟ ਜਾਂਦੀ ਹੈ, ਸਾਥ ਟੁੱਟ ਜਾਂਦਾ ਹੈ। ਇਸ ਕਰਕੇ ਹੋਰ ਪ੍ਰੀਤ ਨੂੰ ਝੂਠੀ ਪ੍ਰੀਤ ਕਿਹਾ ਹੈ ਗੁਰਬਾਣੀ ਦੇ ਵਿੱਚ। ਮਹਾਰਾਜ ਸਮਝਾਉਂਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ, मेरो मेरो सभ्य कहत है,
ਹਿਤ ਸਿਓ ਬਾਧਿਓ ਚੀਤ ਅੰਤ ਕਾਲ ਸੰਗੀ ਨਹਿ ਕੋ ਪਰੇ ਜੋ ਗਾਵੇ ਪ੍ਰਭ ਕੇ ਗੀਤ। ਇਸ ਕਰਕੇ ਇੱਕ ਹੀ ਪ੍ਰੀਤ ਹੈ ਪ੍ਰਭੂ ਦੀ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹਰੀ ਦੇ ਨਾਮ ਦੀ ਪ੍ਰੀਤ ਉਹ ਸੁਖ ਦਿੰਦੀ ਹੈ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਹੀ ਪਿਆਰ ਪੈਂਦਾ ਹੈ ਨਦਰਾਂ ਨਾਲ। ਦੇਖ ਦੇਖ ਕੇ ਉਸ ਪ੍ਰਭੂ ਦੇ ਚਰਨਾਂ 'ਚ ਜੁੜਨਾ ਹੈ, ਜੋ ਚੱਕ ਕੇ ਸਾਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਤੇ ਆਪਣੇ ਬਣਾ ਲੈਂਦਾ ਹੈ। ਫਿਰ ਨਾ ਤੋੜਿਆਂ ਟੁੱਟੇਗੀ, ਨਾ ਛੋੜੇ ਛੁੱਟੇਗੀ। ਜਦੋਂ ਉਸ ਲਾਲਣ ਦੇ ਨਾਲ ਪਿਆਰ ਪੈ ਗਿਆ, ਮੁ ਲਾਲਣ ਸਿਓ ਪ੍ਰੀਤ ਬਣੀ, ਤੋੜੀ ਨਾ ਟੁੱਟੈ ਛੋੜੀ ਨਾ ਛੂਟੈ, ਐਸੀ ਮਾਧੋ ਖਿੱਚਤਨੀ। ਸੋ ਆ ਗੁਰਮੁਖ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।